अनेक विधि समझाओ, हम अज्ञान अल्प मत थोरी। तुम अपने विरद रखाओ, कबीर सेवा को दुए भले। एक संत एक राम, राम जुदाता मुक्त को। संत जपावे नाम, राम जुदाता मुक्त को। संत जपावे नाम, परम सन्मानी योग जुगो जुग अटल चवर छत्र तख्त दे मालिक, रूहानियत दे भंडार शहनशाहे कुल आलम। धन धन आद साहिब श्री गुरु ग्रंथ साहिब महाराज जियां दी पावन पवित्र हजूरी अंदर जुड़ बैठे सर्वत्र माई भाई बहुत वड्डियां भागां वाले हो, जो हर साल दी तरह धन धन ब्रह्म ਗਿਆਨੀ संत शहीद बाबा वीर सिंह जी नौरंगाबाद वाले, तिन्हां दी मिठी प्यारी सिमरती दे अंदर गुरमत समागमां विच हाज़रियां भर के लाहे प्राप्त कर रहे हो। बहुत ही प्यार दे नाल श्री फतेहगढ़ साहब की पावन धरती तो गुरमुख प्यारे कीर्तनिया सिंघां पासों बहुत ही रस भरना शब्द कीर्तन आप दियां ने सरवण कीता है। इन्हां बच्चों दीयां उमरां छोटियां हन, पर सतगुरु जी दीयां बख्शिशां किरपा बरकतां बहुत वड्डियां बख्शिश है। कलयुग में कीर्तन प्रधाना, गुरमुख जपिए लाए ध्याना। कलयुग में सब तो वड्डी और सौखी भगती है कीर्तन भगती। सतसंगत में जुड़ के रब की कीर्ति करनी सब तो वड्डी भगती है और सब तो सौखी भगती है। आओ साध संगत उस महान ब्रह्म ज्ञानी संत शहीद धन धन बाबा वीर सिंह जी नूं आपां याद करन वास्ते जुड़ बैठे हाँ। गुरु ग्रंथ साहिब महाराज जी की बाणी मुताबिक और गुरमत के अनुसार संत कौन है, ब्रह्म ज्ञानी कौन है, शहीद किसनूं कहिंदे हन। ਆਪਾਂ ਗੁਰਮਤਿ ਵਿਚਾਰਾਂ ਨਾਲ ਸਾਂਝ ਬਣਾਈਏ। ਇੱਕ ਵਾਰ ਸਾਰੀ ਸੰਗਤ ਆਸੀਸ ਬਖਸ਼ੋ ਔਰ ਹਾਜ਼ਰੀ ਲਵਾਓ ਦੋਵੇਂ ਹੱਥ ਜੋੜ ਕੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। एक बेनती भैणों वाल भी है, जिन्हों भैणों को छोटे बच्चे ने बेटा वो पिछे बैठो, बाकी संगत अगे हो जाओ, उठ के अगे आ जाओ थोड़े थोड़े।
ਤੁਸੀਂ ਵੀ ਬੇਟਾ ਜਿਹੜੇ ਨੌਜਵਾਨ ਪਿੱਛੇ ਬੈਠੇ ਪਲੀਜ਼ ਅੱਗੇ ਆ ਜਾਓ। ਆਪਾਂ ਜਿੰਨੇ ਨੇੜੇ ਹੋ ਕੇ ਬੈਠਾਂਗੇ ਉਨੀ ਵਿਚਾਰ ਵਿੱਚ ਆਪਣੀ ਸੁਰਤ ਜੁੜੇਗੀ, ਕਿਉਂਕਿ ਕਿਸੇ ਚੀਜ਼ ਵਿੱਚ ਵੀ ਬਹੁਤ ਜ਼ਰੂਰੀ ਹੈ ਕਿ ਉਹਦੀ ਰਸ ਧਾਰਾ ਜੁੜੀ ਰਵੇ, ਕੰਟੀਨਿਊਟੀ ਬਣੀ ਰਵੇ। ਜੇ ਉਹ ਚੀਜ਼ ਨਾ ਬਣੇ ਤਾਂ ਸਾਧ ਸੰਗਤ ਵਿਚਾਰ ਵਿੱਚ ਬਹੁਤ ਫਰਕ ਪੈਂਦਾ ਹੈ। ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਸਤ ਸੰਗਤ ਵਿੱਚ ਕਿਵੇਂ ਬਹਿਣਾ ਹੈ। ਤਾਂ ਫਿਰ ਉਦਾਹਰਨ ਪਤਾ ਕੀ ਦਿੱਤੀ, ਆਪਾਂ ਪਿੰਡਾਂ ਵਿੱਚ ਰਹਿੰਦੇ, ਆਪਾਂ ਨੂੰ ਛੇਤੀ ਪਕੜ ਵਿੱਚ ਆਉਣੇ। ਮਹਾਰਾਜ ਨੇ ਉਦਾਹਰਨ ਦਿੱਤੀ ਮਖਰਾਲ ਦੀ। ਮਖਰਾਲ ਸਮਝਦੇ ਹੋ, ਸ਼ਹਿਦ ਵਾਲੀਆਂ ਮੱਖੀਆਂ ਦਾ ਛੱਤਾ। ਕਹਿੰਦੇ ਜਦੋਂ ਛੱਤਾ ਬਣਦਾ ਹੈ ਤੇ ਸ਼ਹਿਦ ਵਾਲੀਆਂ ਮੱਖੀਆਂ ਜੁੜ ਜੁੜ ਕੇ ਇਕੱਠੀਆਂ ਹੋ ਕੇ ਬਹਿੰਦੀਆਂ ਨੇ, ਉਦੋਂ ਭਾਈ ਉਹਨਾਂ ਵਿੱਚੋਂ ਸ਼ਹਿਦ ਪੈਦਾ ਹੁੰਦਾ ਹੈ। ਇੱਕ ਜਗ੍ਹਾ ਇਕੱਤਰਤਾ ਹੋਣ ਕਰਕੇ ਉਹ ਛੱਤਾ ਜਿਹੜਾ ਉਹ ਸ਼ਹਿਦ ਨਾਲ, ਰਸ ਨਾਲ ਭਰਪੂਰ ਭਰ ਜਾਂਦਾ ਹੈ। ਜੇ ਭਲਿਆ ਤੂੰ ਚਾਹੁੰਦੇ ਤੇਰੀ ਸੁਰਤ ਗੁਰੂ ਦੇ ਸ਼ਬਦ ਨਾਮ ਰਸ ਨਾਲ ਪੜੇ ਤਾਂ ਭਾਈ ਤੂੰ ਸੰਗਤ ਵਿੱਚ ਏਦਾਂ ਜੁੜ ਕੇ ਬੈਠ, ਸਰੀਰ ਕਰਕੇ ਵੀ ਸੁਰਤ ਕਰਕੇ ਵੀ। ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੁਪ ਮਖੀਰਾ। ਕਹਿੰਦੇ ਭਾਈ ਜਿਵੇਂ ਸ਼ਹਿਦ ਵਾਲੀਆਂ ਮੱਖੀਆਂ ਜੁੜ ਕੇ ਛੱਤੇ ਵਿੱਚ ਬਹਿੰਦੀਆਂ ਤਦੋਂ ਰਸ ਪੈਦਾ ਹੁੰਦਾ ਹੈ, ਏਦਾਂ ਸੰਗਤ ਵਿੱਚ ਵੀ ਇਕਾਗਰ ਚਿੱਤ ਹੋ ਕੇ ਔਰ ਸਰੀਰ ਕਰਕੇ ਇਕੱਠੇ ਹੋ ਕੇ ਬੈਠੀਦਾ। ਇੱਕ ਵਾਰ ਸਾਰੀ ਸੰਗਤ ਫਿਰ ਹਾਜ਼ਰੀ ਲਵਾਓ, ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਚੀਜ਼ਾਂ ਵੱਲ ਗੁਰਮਤਿ ਨੇ ਆਪਣਾ ਧਿਆਨ ਦਵਾਇਆ, ਸਰੀਰ ਤੇ ਸੁਰਤ। ਔਰ ਸਾਧ ਸੰਗਤ ਦਿਸ਼ਾ ਔਰ ਦ੍ਰਿਸ਼ਟੀ। ਫਿਰ ਧਿਆਨ ਨਾਲ ਸੁਣਿਓ, ਸਰੀਰ ਤੇ ਸੁਰਤ, ਦਿਸ਼ਾ ਔਰ ਦ੍ਰਿਸ਼ਟੀ। ਜੇ ਦੋਵਾਂ ਦੀਆਂ ਆਪਸ ਵਿੱਚ ਤਾਲਮੇਲ ਨਾ ਰਵੇ ਤਾਂ ਕੋਈ ਵੀ ਬੰਦਾ ਮੁਕਾਮ ਤੇ ਨਹੀਂ ਪਹੁੰਚ ਸਕਦਾ, ਕਿਸੇ ਕੰਮ ਵਿੱਚ ਕੋਈ ਸਫਲ ਨਹੀਂ ਹੋ ਸਕਦਾ। ਜਿਵੇਂ ਸਰੀਰ ਕਿਤੇ ਹੋਰ ਹੋਵੇ, ਸੁਰਤ ਕਿਤੇ ਹੋਰ ਹੋਵੇ, ਉਹ ਕੰਮ ਸਿੱਖਿਆ ਨਹੀਂ ਜਾ ਸਕਦਾ। ਸਰੀਰ ਕਿਤੇ ਹੋਰ ਹੈ, ਸੁਰਤ ਕਿਤੇ ਹੋਰ ਹੈ, ਕੰਮ ਵਿੱਚ ਵਾਰ-ਵਾਰ ਗਲਤੀ ਹੋਏਗੀ। ਪਾਤਸ਼ਾਹ ਨੇ ਗੁਰਮਤਿ ਵਿੱਚ ਵੀ ਇਹ ਗੱਲ ਕਹੀ, ਤੇਰਾ ਸਰੀਰ ਔਰ ਸੁਰਤ ਇੱਕ ਜਗ੍ਹਾ ਤੇ ਹੋਣੀ ਚਾਹੀਦੀ। ਇਹ ਨਾ ਹੋਵੇ ਸਰੀਰ ਕਿਤੇ ਹੋਰ ਹੈ, ਸੁਰਤ ਕਿਤੇ ਹੋਰ ਹੈ, ਫਿਰ ਧਰਮ ਦਾ ਕੀਤਾ ਹੋਇਆ ਕਰਮ ਵਿਅਰਥ ਜਾ ਸਕਦਾ ਹੈ। ਸੁਲਤਾਨਪੁਰ ਲੋਧੀ ਤੁਸੀਂ ਜਾਓ, ਉੱਥੇ ਇੱਕ ਗੁਰਦੁਆਰਾ ਬਣਿਆ ਜਿਹਦਾ ਨਾਮ ਹੈ ਗੁਰਦੁਆਰਾ ਅੰਤਰਯਾਮ ਦਾ। ਔਰ ਉੱਥੋਂ ਦਾ ਇਤਿਹਾਸ ਹੈ, ਸਰੀਰ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਸ਼ੁੱਕਰਵਾਰ ਵਾਲੇ ਦਿਨ ਮਸੀਤ ਵਿੱਚ ਨਵਾਬ ਦੌਲਤ ਖਾਨ ਲੋਧੀ ਚਲਾ ਗਿਆ। ਉਹਨੇ ਮਹਾਰਾਜ ਨੂੰ ਸੱਦਿਆ, ਜੀ ਸਾਡੇ ਨਾਲ ਨਮਾਜ਼ ਪੜ੍ਹੋ, ਜੇ ਤੁਹਾਡੀ ਨਜ਼ਰ ਵਿੱਚ ਹਿੰਦੂ ਮੁਸਲਮਾਨ ਇੱਕ ਨੇ ਫਿਰ ਤੁਸੀਂ ਸਾਡੇ ਨਾਲ ਵੀ ਨਮਾਜ਼ ਪੜ੍ਹ ਸਕਦੇ ਹੋ। ਜੇ ਤੁਹਾਡੀ ਨਜ਼ਰ ਵਿੱਚ ਕੋਈ ਫਰਕ ਨਹੀਂ ਹੈ ਹਿੰਦੂ ਮੁਸਲਮਾਨਾਂ ਵਿੱਚ, ਫਿਰ ਸਾਡੇ ਨਾਲ ਮਸੀਤ ਜਾਣ ਵਿੱਚ ਕੀ ਅੰਤਰ ਹੈ, ਤੁਹਾਨੂੰ ਮਸੀਤ ਜਾਣ ਵਿੱਚ ਕੀ ਰੋਸ ਹੈ। ਪਾਤਸ਼ਾਹ ਨੇ ਕਿਹਾ ਕੋਈ ਇਤਰਾਜ਼ ਨਹੀਂ ਹੈ। ਕਹਿੰਦੇ ਜੀ ਨਮਾਜ਼ ਪੜੋਗੇ? ਹਜ਼ੂਰ ਨੇ ਕਿਹਾ ਤੁਸੀਂ ਪੜੋਗੇ ਮੈਂ ਵੀ ਪੜ ਲਾਂਗਾ। ਰੱਬ ਦੀ ਨਵਾਜ਼ ਭਾਵ ਉਹਦੀ ਵਡਿਆਈ ਕਰਨੀ ਹੈ। ਜੇ ਅੱਲਾਹ ਤਾਲਾ ਦੀ ਵਡਿਆਈ ਨਵਾਜ਼ ਅਦਾ ਤੁਸੀਂ ਕਰੋਗੇ ਮੈਂ ਵੀ ਅਦਾ ਜ਼ਰੂਰ ਕਰਾਂਗਾ। ਔਰ ਸਾਧ ਸੰਗਤ ਪਹੁੰਚ ਜਾਂਦੇ ਨੇ ਉੱਥੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਵਾਜ਼ ਅਦਾ ਨਹੀਂ ਕੀਤੀ। ਜਦੋਂ ਨਵਾਜ਼ ਖਤਮ ਹੋਈ ਨਵਾਬ ਦੌਲਤ ਖਾਨ ਲੋਧੀ ਪੁੱਛਦਾ, ਕਹਿੰਦਾ ਮਹਾਰਾਜ ਤੁਸੀਂ ਸਾਡੀ ਨਵਾਜ਼ ਦੀ ਤੋਹੀਨ ਕੀਤੀ ਹੈ। ਮਹਾਰਾਜ ਨੇ ਕਿਹਾ ਕਿਵੇਂ? ਕਹਿੰਦੇ ਜੀ ਤੁਸੀਂ ਵਾਅਦਾ ਕੀਤਾ ਸੀ ਕਿ ਨਮਾਜ਼ ਅਦਾ ਕਰੋਗੇ, ਪਰ ਤੁਸੀਂ ਨਮਾਜ਼ ਪੜ੍ਹੀ ਨਹੀਂ, ਨਾ ਸਿਜਦਾ ਕੀਤਾ, ਨਾ ਘੁਟਨੇ ਟੇਕੇ ਨੇ, ਨਾ ਤੁਸੀਂ ਕਲਮਾ ਪੜ੍ਹਿਆ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕਹਿੰਦੇ ਨਵਾਬ ਸਾਹਿਬ ਤੁਸੀਂ ਕਿਹੜਾ ਪੜ੍ਹਿਆ? ਉਹ ਕਹਿੰਦੇ ਮਹਾਰਾਜ ਸੈਂਕੜੇ ਲੋਕ ਗਵਾਹ ਨੇ, ਮੈਂ ਕਿਉਂ ਨਹੀਂ ਨਮਾਜ਼ ਪੜ੍ਹੀ? ਸਭ ਨੇ ਵੇਖਿਆ। ਪਾਤਸ਼ਾਹ ਨੇ ਕਿਹਾ ਹਾਂ ਸਰੀਰ ਕਰਕੇ ਤੂੰ ਜ਼ਰੂਰ ਪੜ੍ਹੀ ਹੈ, ਘੁਟਨੇ ਟੇਕ ਕੇ ਸਜਦਾ ਕੀਤਾ, ਜ਼ੁਬਾਨ ਤੋਂ ਯਾਦ ਸੀ ਤੈਨੂੰ, ਤੂੰ ਕਲਮਾ ਪੜ੍ਹਿਆ।
ਪਰ ਸਰੀਰ ਕਰਕੇ ਨਵਾਜ਼ ਅਦਾ ਕਰਨ ਵਾਲਿਆ, ਸਾਰੀ ਨਵਾਜ਼ ਵਿੱਚ ਤੇਰੀ ਸੁਰਤ ਕਾਬਲ ਕੰਧਾਰ ਦੇ ਮੰਡੀ ਵਿੱਚ ਬਾਜ਼ਾਰ ਵਿੱਚ ਘੋੜੇ ਖਰੀਦੀ ਰਹੀ, ਤੇਰੇ ਕੋਲੋਂ ਅਰੱਕੀ ਘੋੜੇ ਦਾ ਮੁੱਲ ਹੀ ਨਹੀਂ ਲੱਗ ਸਕਿਆ ਪੂਰੀ ਨਵਾਜ਼ ਵਿੱਚ। ਬੜਾ ਸ਼ਰਮਿੰਦਾ ਹੋਇਆ, ਕਹਿਣ ਲੱਗਾ ਹਾਂ ਮਹਾਰਾਜ ਇਹ ਸੱਚ ਹੈ, ਸਰੀਰ ਕਰਕੇ ਮੈਂ ਹਾਜ਼ਰ ਸੀ ਪਰ ਸੁਰਤ ਵਾਕੇ ਮੇਰੇ ਧਿਆਨ ਵਿੱਚੋਂ ਅਰੱਕੀ ਘੋੜੇ ਵੱਲ ਧਿਆਨ ਚਲਾ ਗਿਆ, ਜਿਹੜਾ ਮੈਂ ਪਿਛਲੇ ਹਫ਼ਤੇ ਘੋੜਾ ਖਰੀਦ ਨਹੀਂ ਸਕਿਆ, ਬਾਰ-ਬਾਰ ਧਿਆਨ ਉਧਰ ਜਾ ਰਿਹਾ ਸੀ। ਕੋਲ ਖਲੋਤੇ ਨਵਾਬ ਨੇ ਜਵਾਬ ਦੇ ਕੇ ਫਿਰ ਕਿਹਾ, ਕਹਿੰਦੇ ਮਹਾਰਾਜਾ ਕੋਲ ਖਲੋਤੇ ਕਾਜੀ ਵੱਲ ਇਸ਼ਾਰਾ ਕਰ ਰਹੇ, ਕਾਜੀ ਨਾਲ ਪੜ ਲੈਂਦੇ, ਇਹਨੇ ਤੇ ਨਵਾਜ਼ ਪੜ੍ਹੀ ਹੈ, ਜਦੋਂ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਕਾਜੀ ਵੀ ਹਾਜ਼ਰ ਸੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਜਵਾਬ ਦਿੰਦੇ, ਕਹਿੰਦੇ ਨਵਾਬ ਸਾਹਿਬ ਕਾਜੀ ਨੇ ਵੀ ਕਿੱਥੋਂ ਨਵਾਜ਼ ਪੜ੍ਹੀ ਹੈ, ਕਾਜੀ ਸਾਹਿਬ ਨਵਾਜ਼ ਅਦਾ ਕੀਤੀ ਹੈ? उनका महाराज बिल्कुल कीती है। पातशाह ने कहा तुम ही नवाब दी तरह नवाज अदा कीती है, पूरी नवाज विच तेरी सुरत भी घर विच बशेरी विच रही कि नवा जम्मिया बच्चा जिहड़ा बशेरी दा ओह किते खूह विच ना डिग जाए, खबरिया बच्चियां ने रस्सा पाया, खबरिया बन्निया खबरिया नहीं बन्निया, कहंदे पूरी नवाज विच तू तां ओह बशेरी भाव बच्चा ही ओहदा बनदा रह गया, किते ओह खूह विच ना डिग जाए। उस तो बाद किसी तीजे बंदे की हिम्मत नहीं पई, कोई गुरु नानक साहब महाराज नूं कहे महाराज मैं नवाज पढ़ी है मेरे नाल अदा करो, क्यों पता नहीं नवाज पढ़दे किहो जिहा ख्याल सुरत विच आउंदा। श्री गुरु नानक साहब महाराज ने उत्थे उपदेश दिता है, भाई शरीर करके जो कर्म कर रहे हो सुरत उत्थे होनी चाहिए है, फिर वो सुरती करके कीता कर्म परवान है। जे शरीर किते हो रहा है सुरत किते हो रहा है, वो कीती हुई भगती परवान नहीं होई। दूजी गल दिशा और दृष्टि, किसी दी वारी तौर ते दिशा बदली जा सकती है, पर जिहड़ी दृष्टि है साध संगत वो गुरु तो बगैर कोई तब्दील नहीं कर सकता। शरीर करके बाहरों कोई भी बंदा साध बन के बह सकता है, पर अंदरों साध जे कोई बनाउंदा है ते गुरु बनाउंदा है। ये माफ करियो, बाहरों कपड़े पहन के कोई संत अखवा सकता है, मैं भी अखवा सकता, तुसीं कपड़े पा लो कोई जिन्हें सोहना लगन लग पे। बाहरों कोई साध संगत पैसिਆਂ ਦੇ ਨਾਲ ਕੱਪੜੇ ਖਰੀਦ ਕੇ ਸੰਤ ਦਾ ਪਹਿਰਾਵਾ ਪਾ ਸਕਦਾ ਹੈ, ਪਰ ਅੰਦਰੋਂ ਸੰਤ ਹੋਣ ਲਈ ਗੁਰੂ ਦੀ ਕਿਰਪਾ ਚਾਹੀਦੀ ਹੈ। ਗੁਰੂ ਅੰਦਰੋਂ ਕਿਰਪਾ ਕਰੇ ਤਾਂ ਕੋਈ ਸੰਤ ਬਣਦਾ ਹੈ। ਅੰਮ੍ਰਿਤ ਦ੍ਰਿਸ਼ਟ ਭਿੱਖੇ ਹੋਏ ਸੰਤ, ਜਦੋਂ ਗੁਰੂ ਅੰਮ੍ਰਿਤ ਦ੍ਰਿਸ਼ਟੀ ਪਾਉਂਦਾ ਹੈ ਉਦੋਂ ਕਿਸੇ ਨੂੰ ਅੰਦਰੋਂ ਸੰਤ ਕਰਦਾ ਹੈ। पूरा गुर अखियो जाका मंत्र, अमृत दृष्ट पेखे होए संत। साध संगत होर ध्यान विच रखियो, पैसे दे के बाहरों श्रृंगार खरीदिया जा सकता है, बाजार विचों समान मिल जाता है, श्रृंगार दा समान बाजार विचों खरीदिया जा सकता है, पर किरदार किसी बाजार विच मुल नहीं बिकदा, किरदार गुरु दी किरपा नाल पैदा होंदा है। साध संगत श्रृंगार कोई बाहरों खरीद सकता है, पर सुहागण दा किरदार गुरु दी किरपा नाल बनदा है। दुनिया में श्रृंगार दा कल्ला मुल नहीं, नाल किरदार भी चाहिए। जिन्हां लोकां दे किरदार नहीं रहे उन्हां दा श्रृंगार एक दिन बदनामी दा कारण बन गया। इदां पातशाह ने किरपा कीती, सानू दशा दिशा भी दित्ती, क्या राह ते चलना है, नाल दी नाल दृष्टि भी चेंज कीती। ਇਹ ਨਾ ਹੋਵੇ ਭਾਈ ਤੂੰ ਬਾਹਰੋਂ ਧਰਮ ਦਾ ਕਰਮ ਕਰੇ, ਤੇਰੀ ਦ੍ਰਿਸ਼ਟੀ ਤਬਦੀਲ ਹੀ ਨਾ ਹੋਵੇ, ਫਿਰ ਤੂੰ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਸਾਧੂ ਉਹ ਹੈ ਜਿਹਦੀ ਦਿਸ਼ਾ ਵੀ ਸਹੀ ਹੈ, ਦ੍ਰਿਸ਼ਟੀ ਵੀ ਸਹੀ ਹੈ। ਤਾਈਓ ਪਾਤਸ਼ਾਹ ਨੇ ਕਿਹਾ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੇ ਤੁਲ ਪਾਵਾਨ। कहते भाई ब्रह्म ज्ञानी जेड़ा ओदी दृष्टि भी अंदरों समान अंतर हो गई, जिवें वगदी हुई हवा राजे ते कंगाल नूं इक्को जिही लगदी है, इदां संत दी दृष्टि विच अमीर गरीब छोटा बड़ा सब बराबर हुंदे ने। माफ करियो, अपनी दृष्टि विच सारे बराबर नहीं है। जदों गुरु दी नज़र हुंदी, गुरु अंदरों दृष्टि बदल दिंदा है, बाहरों दशा बदल के कोई भी सिख खवा सकदा है, पर जिन्नी देर अंदर दी दृष्टि चेंज ना होवे उन्नी देर कोई सिख नहीं हो सकता।